हाँ जी, जय मास्तां दी सारिਆਂ ਨੂੰ। ਅੱਜ ਸਾਰੀਆਂ ਹੀ ਸੰਗਤਾਂ ਨੂੰ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੇ ਇੱਕ ਸੇਵਕ ਜਿਨ੍ਹਾਂ ਦਾ ਨਾਂ ਸਾਈਂ ਕਮਾਲੇ ਸ਼ਾਹ ਜੀ ਹੈ, ਅੱਜ ਉਹਨਾਂ ਦੇ ਦਰਬਾਰ ਦੇ ਨਾਲੇ ਸਭ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਹਾਂ ਔਰ ਨਾਲੇ ਉਹਨਾਂ ਦੇ ਜੀਵਨ ਬਾਰੇ ਦੱਸਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਦਾ ਮੇਲ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨਾਲ ਹੋਇਆ ਔਰ ਕਿਸ ਤਰ੍ਹਾਂ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੇ ਉਹਨਾਂ ਨੂੰ ਫਕੀਰੀ ਦੀ ਦਾਤ ਬਖਸ਼ੀ। ਸੋ ਸਾਈਂ ਕਮਾਲੇ ਸ਼ਾਹ ਜੀ ਦਾ ਦਰਬਾਰ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੇ ਦਰਬਾਰ ਦੇ ਸਾਹਮਣੇ ਹੈ ਔਰ ਨਾਲ ਹੀ ਦਰਬਾਰ ਮਾਈ ਜਾਮਣ ਸ਼ਾਹ ਪੈਂਦਾ ਹੈ। ਸੋ ਆਪ ਸਭ ਸੰਗਤਾਂ ਨੂੰ ਦੱਸਦੇ ਹਾਂ, ਜੋ ਸਾਈਂ ਕਮਾਲੇ ਸ਼ਾਹ ਜੀ ਹਨ, ਇਹਨਾਂ ਦਾ ਜੋ ਪਿਛੋਕੜ ਹੈ, ਜੋ ਪਿੰਡ ਹੈ, ਉਹ ਪਡੋਰੀ ਹਲਕਿਆਂ ਦੀ ਹੈ, ਜਿਸ ਨੂੰ ਕਿ ਪਡੋਰੀ ਕੱਦ ਕਹਿੰਦੇ ਹਨ ਔਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਹੈ। ਸੋ ਸਾਈਂ ਕਮਾਲੇ ਸ਼ਾਹ ਜੀ ਜੱਟ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਹਨ। ਸਾਈਂ ਕਮਾਲੇ ਸ਼ਾਹ ਫਕੀਰ ਕਿਸ ਤਰ੍ਹਾਂ ਬਣੇ ਉਹ ਵੀ ਸਭ ਸੰਗਤਾਂ ਨੂੰ ਦੱਸਦੇ ਹਾਂ। ਸਾਈਂ ਕਮਾਲੇ ਸ਼ਾਹ ਜੀ ਖੇਤੀਬਾੜੀ ਕਰਿਆ ਕਰਦੇ ਸਨ ਔਰ ਹਲ ਵਾਹਿਆ ਕਰਦੇ ਸਨ। ਕੰਮਕਾਰ ਕਰਦਿਆਂ ਵੀ ਘਰਦਿਆਂ ਦੇ ਮਿਹਣੇ, ਭਰਜਾਈਆਂ ਦੇ ਮਿਹਣੇ ਸੁਣਨ ਨੂੰ ਮਿਲਦੇ ਸਨ। ਸੋ ਇੱਕ ਵਾਰ ਕਿਆ ਹੋਇਆ, ਘਰੋਂ ਪਰੇਸ਼ਾਨ ਹੋ ਕੇ ਘਰਦਿਆਂ ਨਾਲ ਲੜ ਕੇ ਸਾਈਂ ਕਮਾਲੇ ਸ਼ਾਹ ਜੀ ਦਿਲ ਵਿੱਚ ਧਾਰ ਕੇ ਤੁਰ ਪਏ ਕਿ ਅੱਜ ਅਸੀਂ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੇ ਹੋ ਕੇ ਰਹਿ ਜਾਣਾ ਹੈ। ਕਿਉਂ? ਸਾਈਂ ਕਮਾਲੇ ਸ਼ਾਹ ਜੀ ਅਕਸਰ ਦਾਤਾ ਜੀ ਦੇ ਦਰਬਾਰ ਆਇਆ ਜਾਇਆ ਕਰਦੇ ਸਨ। ਸੋ ਸਾਈਂ ਕਮਾਲੇ ਸ਼ਾਹ ਜੀ ਮਨ ਵਿੱਚ ਧਾਰ ਕੇ ਤੁਰੇ ਹੋਏ ਆ ਔਰ ਦਾਤਾ ਜੀ ਦੇ ਦਰਬਾਰ ਨੂੰ ਜਾਂਦੇ ਪਏ ਆ। ਉਧਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੂੰ ਵੀ ਪਤਾ ਲੱਗ ਗਿਆ ਕਿ ਅੱਜ ਕਮਾਲੇ ਤੁਰਿਆ ਆਉਂਦਾ ਹੈ ਔਰ ਉਸ ਦੀ ਅੱਖ ਉਹ ਨਹੀਂ ਕੋਈ ਹੋ ਰਹੀ ਹੈ। ਜਿਸ ਵਕਤ ਸਾਈਂ ਕਮਾਲੇ ਸ਼ਾਹ ਜੀ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੇ ਪਾਸ ਤੁਰੇ ਜਾਂਦੇ ਆ, ਮੀਆਂ ਹਸਨ ਮੁਹੰਮਦ ਸਰਕਾਰਾਂ ਨੇ ਉਹਨਾਂ ਨੂੰ ਦੂਰੋਂ ਹੀ ਰੋਕਿਆ ਔਰ ਕਿਹਾ ਕਿ ਕਮਾਲਿਆ, ਸਾਡੇ ਨਜ਼ਦੀਕ ਨਾ ਆਵੀਂ, ਅਸੀਂ ਬਹੁਤ ਗੁੱਸੇ ਵਿੱਚ ਹਾਂ, ਅਸੀਂ ਤੈਨੂੰ ਮਾਰ ਦੇਵਾਂਗੇ। ਪਰ ਸਾਈਂ ਕਮਾਲੇ ਸ਼ਾਹ ਜੀ ਨੇ ਕਿਹਾ ਕਿ ਲੱਖ ਸਾਨੂੰ ਮਾਰ ਲਾ, ਭਾਵੇਂ ਮਾਰ ਕੇ ਸੁੱਟ ਦੇ, ਪਰ ਆਪਣੇ ਕਦਮਾਂ ਦੇ ਨਾਲ ਲਾ ਲਾ। ਸੋ ਜਿਸ ਵਕਤ ਸਾਈਂ ਕਮਾਲੇ ਸ਼ਾਹ ਜੀ ਮੀਆਂ ਸਾਹਿਬ ਦੇ ਨਜ਼ਦੀਕ ਗਏ, ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੇ ਹੱਥ ਵਿੱਚ ਜੋ ਵੀ ਵਸਤੂ ਆਈ ਉਹਨਾਂ ਨੇ ਸਾਈਂ ਕਮਾਲੇ ਸ਼ਾਹ ਜੀ ਦੇ ਛੱਡਵੀਂ ਮਾਰੀ। ਸੋ ਸਾਈਂ ਕਮਾਲੇ ਸ਼ਾਹ ਜੀ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੇ ਪਾਸ ਗਏ। ਮੀਆਂ ਜੀ ਨੇ ਆਪਣੀ ਮੁਦਗਰ ਚੱਕੀ ਔਰ ਸਾਈਂ ਕਮਾਲੇ ਸ਼ਾਹ ਜੀ ਦੀਆਂ ਲੱਤਾਂ 'ਚ, ਉਹਨਾਂ ਦੀ ਪਿੱਠ 'ਚ ਔਰ ਸਿਰ 'ਤੇ ਵਾਰ ਕਰ ਦਿੱਤੇ। ਸੋ ਜਿਸ ਵਕਤ ਉਹਨਾਂ ਨੂੰ ਕੁੱਟਿਆ, ਉਹਨਾਂ ਦੀ ਹਾਲਤ ਅਧਮਰਿਆਂ ਵਾਲੀ ਕਰ ਦਿੱਤੀ, ਤਾਂ ਸਾਈਂ ਜੀ ਕਹਿਣ ਲੱਗੇ, ਭਾਵੇਂ ਸਾਨੂੰ ਮਾਰ ਦੇ ਪਰ ਅਸੀਂ ਤੇਰੇ ਹੀ ਹੋ ਕੇ ਰਹਿਣਾ ਹੈ। ਸੋ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੂੰ ਪਤਾ ਲੱਗ ਗਿਆ ਕਿ ਅੱਜ ਇਸ ਨੇ ਘਰੇ ਵਾਪਸ ਨਹੀਂ ਜਾਣਾ। ਸੋ ਦਾਤਾ ਜੀ ਨੇ ਹੁਕਮ ਦਿੱਤਾ ਕਿ ਕਮਾਲਿਆ ਜਾ ਔਰ ਸਾਹਮਣੇ ਜੋ ਫਲਾਈ ਦਾ ਦਰਖਤ ਹੈ ਉਸ ਦੇ ਹੇਠਾਂ ਬੈਠ ਜਾ, ਤੈਂ ਸਾਡੇ ਤੱਕ ਨਹੀਂ ਆਉਣਾ, ਅਸੀਂ ਖੁਦ ਤੇਰੇ ਪਾਸ ਚੱਲ ਕੇ ਆਵਾਂਗੇ। ਸੋ ਮੀਆਂ ਜੀ ਦਾ ਹੁਕਮ ਮੰਨ ਕੇ ਸਾਈਂ ਕਮਾਲੇ ਸ਼ਾਹ ਜੀ ਉਸ ਫਲਾਈ ਦੇ ਦਰਖਤ ਥੱਲੇ ਬੈਠ ਗਏ। ਸੋ ਬੈਠਿਆਂ ਬੈਠਿਆਂ ਨੂੰ 12 ਸਾਲ ਹੋ ਗਏ, ਸਿਰ ਵਿੱਚ ਜੂਆਂ ਪੈ ਗਈਆਂ, ਸਰੀਰ ਦਾ ਮਾਂਸ ਗਲ ਗਿਆ ਔਰ ਕੀੜੇ ਪੈ ਗਏ। ਸੋ ਗੁਰੂ ਪਿਆਰਿਓ, ਸਾਈਂ ਕਮਾਲੇ ਸ਼ਾਹ ਜੀ ਨੂੰ ਕਿਹਾ ਹੁੰਦਾ ਸੀ, ਜੋ ਵੀ ਵਸਤੂ ਪੀਰ ਮੀਆਂ ਹਸਨ ਮੁਹੰਮਦ ਸੱਚੀ ਸਰਕਾਰ ਆਪਣੇ ਦਰਬਾਰ ਤੋਂ ਖਾਣ ਲਈ ਭੇਜਦੇ ਸਨ, ਸਿਰਫ ਉਸੇ ਹੀ ਚੀਜ਼ ਨੂੰ ਗ੍ਰਹਿਣ ਕਰਦੇ ਸਨ। ਉੱਦਾਂ ਕਿਸੇ ਤੋਂ ਕੁਝ ਵੀ ਲੈ ਕੇ ਸਾਈਂ ਕਮਾਲੇ ਸ਼ਾਹ ਜੀ ਨਹੀਂ ਖਾਂਦੇ ਸਨ। ਸੋ ਜਿਸ ਵਕਤ ਇਹਨਾਂ ਦੇ ਸਿਰ ਵਿੱਚ ਜੂਆਂ ਪੈ ਗਈਆਂ ਤਾਂ ਕਿਆ ਕਰਨਾ, ਜਿਨ੍ਹਾਂ ਜੂਆਂ ਨੇ ਭੁੰਜੇ ਗਿਰਨਾ ਤਾਂ ਉਹਨਾਂ ਨੇ ਚੱਕ ਚੱਕ ਸਿਰ ਵਿੱਚ ਪਾਈ ਜਾਣਾ ਔਰ ਕਹਿਣਾ, ਤੁਸੀਂ ਭੁੰਜੇ ਭੁੱਖੀਆਂ ਮਾਰਨਾ ਹੈ, ਇੱਥੇ ਹੀ ਬੈਠੋ, ਇੱਥੇ ਹੀ ਸਭ ਕੁਝ ਖਾਓ। ਉਧਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੂੰ ਜਿਸ ਵਕਤ ਪਤਾ ਲੱਗਾ ਕਿ ਕਮਾਲੇ ਦੇ ਜੂਆਂ ਪੈ ਗਈਆਂ ਹਨ, ਸੋ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੇ ਆਪਣੇ ਪਾਸੋਂ ਚਮੇਲੀ ਦਾ ਤੇਲ ਭੇਜਿਆ ਔਰ ਇਹਨਾਂ ਦੇ ਸਿਰ ਦੀ ਮਾਲਿਸ਼ ਕੀਤੀ ਗਈ, ਜਿਸ ਦੇ ਨਾਲ ਜੂਆਂ ਦਾ ਖਾਤਮਾ ਹੋਇਆ। ਇੱਥੋਂ ਹੀ ਬੈਠੇ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੂੰ ਇੱਕ ਨਜ਼ਰ ਦੇ ਨਾਲ ਤੱਕਦੇ ਰਹਿੰਦੇ। ਅਗਰ ਕਿਸੇ ਨੇ ਵਿਚਕਾਰ ਆ ਜਾਣਾ ਤਾਂ ਉਸ ਨੂੰ ਕਹਿ ਦੇਣਾ ਕਿ ਪਿਛਾਂਹ ਹੋ ਜਾ, ਸਾਡੀ ਆਪਣੇ ਯਾਰ ਦੇ ਨਾਲ ਤਾਰ ਜੁੜੀ ਹੋਈ ਹੈ। ਸੋ ਇੱਦਾਂ ਦਾ ਦਿਲੀ ਪ੍ਰੇਮ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੂੰ ਸਾਈਂ ਕਮਾਲੇ ਸ਼ਾਹ ਜੀ ਕਰਦੇ ਹੁੰਦੇ ਸਨ। ਉਧਰ ਅਗਰ ਮਾਸਤਾਂ ਦੇ ਪਾਸ ਵੀ ਸੰਗਤਾਂ ਨੇ ਜਾਣਾ ਤਾਂ ਦਾਤਾ ਜੀ ਨੇ ਕਹਿ ਦੇਣਾ ਕਿ ਜਾਓ, ਕਮਾਲੇ ਦੇ ਪਾਸ ਚਲੇ ਜਾਓ। ਸੋ ਇੱਦਾਂ ਦੇ ਰੁਤਬੇ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੇ ਆਪਣੇ ਇਹਨਾਂ ਸੇਵਕਾਂ ਨੂੰ ਬਖਸ਼ੇ ਹੋਏ ਸਨ। ਸੋ ਗੁਰੂ ਪਿਆਰਿਓ, ਕਦੀ ਉਹ ਵੀ ਸਮਾਂ ਆ ਜਾਂਦਾ ਹੈ ਕਿ ਫਕੀਰਾਂ ਨੇ ਇਸ ਜਹਾਨ ਨੂੰ ਛੱਡ ਕੇ ਉਸ ਅੱਲਾਹ ਪਾਕ ਦੇ ਘਰ ਨੂੰ ਜਾਣਾ ਹੁੰਦਾ ਹੈ। ਸੋ ਕੋਈ ਬੰਦਾ ਦਰਬਾਰ ਨੂੰ ਜਾਂਦਾ ਪਿਆ ਸੀ ਦਾਤਾ ਜੀ ਦੇ, ਸਾਈਂ ਕਮਾਲੇ ਸ਼ਾਹ ਜੀ ਨੇ ਉਸ ਦੇ ਹੱਥ ਸੁਨੇਹਾ ਘੱਲਿਆ ਕਿ ਮਾਸਤਾ ਨੂੰ ਕਹਿ ਦਿਓ ਕਿ ਮੈਨੂੰ ਇਸ ਤਰ੍ਹਾਂ ਚੱਕੀ ਦੇ ਪੁੜਾਂ ਵਿਚਕਾਰ ਕਿਉਂ ਪੀਸਿਆ ਹੋਇਆ ਹੈ, ਮੈਨੂੰ ਕਿਸੇ ਇੱਕ ਬੰਨੇ ਕਰਨ। ਸੋ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੂੰ ਜਦ ਇਸ ਗੱਲ ਦਾ ਪਤਾ ਲੱਗਾ, ਸੋ ਇੱਕ ਦਿਨ ਦਾਤਾ ਜੀ ਦੇ ਦਿਲ ਵਿੱਚ ਆਈ ਕਿ ਅੱਜ ਚਲੀਏ ਔਰ ਕਮਾਲੇ ਨੂੰ ਕਮਾਲੇ ਸ਼ਾਹ ਕਰੀਏ। ਸੋ ਮੀਆਂ ਹਸਨ ਮੁਹੰਮਦ ਸੱਚੀ ਸਰਕਾਰ ਕਿਸੇ ਦੇ ਰੇੜੇ ਵਿੱਚ ਬੈਠ ਕੇ
ਕਮਾਲੇ ਸ਼ਾਹ ਜੀ ਦੇ ਪਾਸ ਆਏ। ਸੋ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੇ ਇੱਕ ਚਿੱਟੇ ਰੰਗ ਦਾ ਲਿਬਾਸ ਮੰਗਾਇਆ ਔਰ ਸਾਈਂ ਕਮਾਲੇ ਸ਼ਾਹ ਜੀ ਦਾ ਇਸ਼ਨਾਨ ਕਰਾ ਕੇ ਉਹਨਾਂ ਨੂੰ ਤਿਆਰ ਕੀਤਾ ਔਰ ਕਿਹਾ ਕਿ ਉੱਠੋ, ਅੱਜ ਕਮਾਲੇ ਤੁਸੀਂ ਕਮਾਲੇ ਸ਼ਾਹ ਹੋ ਗਏ। ਸੋ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੀ ਮੌਜੂਦਗੀ ਦੇ ਵਿੱਚ ਹੀ ਸਾਈਂ ਕਮਾਲੇ ਸ਼ਾਹ ਜੀ ਨੇ ਇਸ ਸਰੀਰ ਦਾ ਤਿਆਗ ਕੀਤਾ। ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੇ ਇਹਨਾਂ ਦੇ ਲਈ ਸੰਦੂਕ ਤਿਆਰ ਕਰਵਾਇਆ ਔਰ ਇਹਨਾਂ ਦਾ ਜੋ ਵੀ ਕਫਨ ਦਫਨ ਹੈ ਸੋ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੀ ਮੌਜੂਦਗੀ ਦੇ ਵਿੱਚ ਹੀ ਹੋਇਆ ਹੈ। ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੇ ਇਹਨਾਂ ਦੇ ਦੁਨੀਆ ਤੇ ਜਾਣ ਤੋਂ ਬਾਅਦ ਆਪਣੇ ਅਥਰੂ ਬਹਾਏ ਔਰ ਗਮਗੀਨ ਹੋਏ ਔਰ ਦਾਤਾ ਜੀ ਕਹਿੰਦੇ ਸਨ ਕਿ ਸਾਡਾ ਇੱਕ ਹੀ ਪੁੱਤ ਸੀ ਔਰ ਅੱਜ ਉਹ ਵੀ ਸਾਨੂੰ ਛੱਡ ਕੇ ਚਲਿਆ ਗਿਆ। ਸੋ ਸੱਚੀ ਸਰਕਾਰ ਇਹਨਾਂ ਦੇ ਦੁੱਖ ਦੇ ਵਿੱਚ ਬਹੁਤ ਹੀ ਗਮਗੀਨ ਹੋਏ। ਸੋ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦਾ ਸੁਭਾਅ ਬਹੁਤ ਹੀ ਠੰਡਾ ਹੈ ਔਰ ਸਾਈਂ ਕਮਾਲੇ ਸ਼ਾਹ ਜੀ ਦਾ ਸੁਭਾਅ ਜੋ ਹੈ ਬਹੁਤ ਹੀ ਕਰੜੇ ਸੁਭਾਅ ਦੇ ਹੋਣ ਕਾਰਨ ਇਹਨਾਂ ਦੇ ਦਰਬਾਰ ਤੇ ਅਗਰ ਕਿਸੇ ਕਿਸਮ ਦੀ ਵੀ ਕੋਈ ਵੀ ਇਨਸਾਨ ਗਲਤੀ ਕਰਦਾ ਹੈ ਤਾਂ ਉਸ ਨੂੰ ਤੁਰੰਤ ਹੀ ਸਜ਼ਾ ਮਿਲ ਜਾਂਦੀ ਹੈ। ਸੋ ਇੱਕ ਵਾਰ ਦਾ ਵਾਕਿਆ ਇਹਨਾਂ ਦੇ ਕਰੜੇ ਸੁਭਾਅ ਦਾ ਆਪ ਨਾਲ ਸਾਂਝਾ ਕਰਦੇ ਹਾਂ। ਇੱਕ ਵਾਰ ਕੋਈ ਬੰਦਾ ਇੱਥੇ ਦਰਬਾਰ ਦੇ ਲਾਗੇ ਹੀ ਊਠ ਲੈ ਕੇ ਲੰਘ ਰਿਹਾ ਸੀ। ਸੋ ਉਸਨੇ ਕਿਆ ਕੀਤਾ, ਆਪਣਾ ਜੋ ਊਠ ਸੀ ਇੱਥੇ ਜੋ ਦਾਤਾ ਜੀ ਦੇ ਸਰਾਣੇ ਫਲਾਹ ਦਾ ਦਰਖਤ ਹੁੰਦਾ ਸੀ ਉਸ ਦੇ ਨਾਲ ਬੰਨ੍ਹ ਦਿੱਤਾ। ਸੋ ਕੁਛ ਕੁ ਟਾਈਮ ਬਾਅਦ ਜਦੋਂ ਉਹ ਬੰਦਾ ਵਾਪਸ ਆਇਆ ਤਾਂ ਉਹ ਕੀ ਦੇਖਦਾ ਹੈ, ਉਸ ਦਾ ਜੋ ਊਠ ਹੈ ਉਹ ਫਲਾਹ ਦੇ ਦਰਖਤ ਦੇ ਨਾਲ ਪੁੱਠਾ ਲਟਕਿਆ ਹੋਇਆ ਹੈ। ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਸਾਈਂ ਕਮਾਲੇ ਸ਼ਾਹ ਜੀ ਦੇ ਦਰਬਾਰ ਨਿਆਜ਼ ਭੇਂਟ ਕੀਤੀ ਔਰ ਆਪਣੀ ਗਲਤੀ ਦੀ ਮਾਫੀ ਮੰਗੀ। ਸੋ ਉਸੇ ਹੀ ਵਕਤ ਉਸ ਦਾ ਜੋ ਊਠ ਸੀ ਉਹ ਸਹੀ ਹਾਲਤ ਦੇ ਵਿੱਚ ਆਇਆ। ਸੋ ਇਦਾਂ ਦੇ ਕਰੜੇ ਸੁਭਾਅ ਦੇ ਮਾਲਕ ਸਾਈਂ ਕਮਾਲੇ ਸ਼ਾਹ ਜੀ ਹਨ, ਕਿਉਂਕਿ ਇਹਨਾਂ ਨੂੰ ਇਹ ਮੁਰਾਤਬੇ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੇ ਆਪ ਬਖਸ਼ੇ ਹੋਏ ਹਨ। ਸੋ ਆਪ ਸਭ ਸੰਗਤਾਂ ਨੂੰ ਮੀਆਂ ਜੀ ਦੇ ਸੇਵਕ ਸਾਈਂ ਕਮਾਲੇ ਸ਼ਾਹ ਜੀ ਦੇ ਦਰਬਾਰ ਦੇ ਦਰਸ਼ਨ ਕਰਾਏ ਗਏ ਔਰ ਉਹਨਾਂ ਦੀ ਜੋ ਹਿਸਟਰੀ ਸੀ ਉਸ ਤੋਂ ਜਾਣੂ ਕਰਾਇਆ ਗਿਆ। ਅਗਰ ਕਿਸੇ ਪ੍ਰਕਾਰ ਦੀ ਸਿਫਤ ਕਰਦਿਆਂ ਕੋਈ ਵੀ ਗਲਤੀ ਹੋ ਗਈ ਹੋਵੇ ਸੋ ਸੰਗਤ ਬਖਸ਼ਣਹਾਰ ਹੈ। ਮੀਆਂ ਹਸਨ ਮੁਹੰਮਦ ਸੱਚੀ ਸਰਕਾਰ ਬਖਸ਼ਣਹਾਰ ਹਨ। ਸੋ ਇੰਨਾ ਹੀ ਕਹਿੰਦਾ ਹੋਇਆ ਸਾਰੀਆਂ ਹੀ ਸੰਗਤਾਂ ਨੂੰ ਜੈ ਮਾਸਤਾਂ ਦੀ, ਜੈ ਪੀਰਾਂ ਦੀ, ਜੈ ਪੀਰ ਮੀਆਂ ਹਸਨ ਮੁਹੰਮਦ ਸ਼ਾਹ ਜੀ।